ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਪਿਆਰੇ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ, ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੋਦ ਦਾ ਆਨੰਦ ਅੰਮ੍ਰਿਤ ਵੇਲੇ ਤੋਂ ਲੈ ਕਰ ਮਾਣਦੇ ਆ ਰਹੇ ਹਾਂ। ਸਤਿਗੁਰੂ ਗਰੀਬ ਨਵਾਜ਼ ਜੀ ਦੀ ਅਪਰਪਾਰ ਕਿਰਪਾ ਦੇ ਸਦਕਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਔਰ ਸਾਡੇ ਸਤਿਗੁਰੂ ਗੁਰੂ ਤੇਗ ਬਹਾਦਰ ਕਰਨ ਕਾਰਨ ਕਾਦਰ ਸ੍ਰਿਸ਼ਟੀ ਦੀ ਚਾਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਕੱਲ੍ਹ ਤੋਂ ਆਪਾਂ ਨੇ ਆਰੰਭਿਆ ਹੈ। ਸਾਨੂੰ ਮੋਟੇ ਮੋਟੇ ਰੂਪ ਅੰਦਰ ਸਰੋਤ ਉਹਨਾਂ ਦੇ ਜੀਵਨ ਦੇ ਪ੍ਰਾਪਤ ਹੋਵਨ, ਸਾਨੂੰ ਸਮਝ ਆ ਸਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਾਰਨਾਮਿਆਂ ਦੀ। ਆਓ ਉਸ ਲੜੀ ਨੂੰ ਜੋੜਨ ਦਾ ਯਤਨ ਕਰੀਏ, ਗੁਰੂ ਕੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਕੀ ਫਤਿਹ ਕਰੋ ਪ੍ਰਵਾਨ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਦਾ ਪਵਿੱਤਰ ਇਤਿਹਾਸ ਪੜ੍ਹਦਿਆਂ ਸੁਣਦਿਆਂ ਇਸ ਮੁਕਾਮ ਤੇ ਆਪਾਂ ਪਹੁੰਚੇ ਸਾਂ। ਆਪਣੀ ਸੁਰਤ ਨੂੰ ਟਿਕਾ ਕਰਕੇ ਆਓ ਬੜੀ ਸ਼ਰਧਾ ਦੇ ਨਾਲ ਗੁਰੂ ਕੀ ਸੰਗਤ ਉਸ ਜਗ੍ਹਾ ਤੇ ਲੈ ਕੇ ਚੱਲੀਏ ਜਿਹਨੂੰ ਮਹਾਰਾਜ ਕਹਿੰਦੇ ਨੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਬੇਦਾ ਤੈ ਤਾਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ। ਮਹਾਰਾਜ ਸੱਚੇ ਪਾਤਸ਼ਾਹ ਉਸ ਪਾਵਨ ਅਸਥਾਨ ਤੇ ਆਪਣੀ ਸੁਰਤ ਨੂੰ ਲੈ ਕੇ ਚੱਲੀਏ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸੰਗਤਾਂ ਨੂੰ ਤਾਰਦੇ ਨੇ। ਸੱਚੀ ਸਰਕਾਰ ਦਰਬਾਰ ਦੇ ਅੰਦਰ ਬੈਠੇ ਆ। ਮਹਾਰਾਜ ਜੀ ਨੂੰ ਗੁਰੂ ਕੇ ਮਹਿਲਾਂ ਦੇ ਵਿੱਚੋਂ ਇੱਕ ਸੇਵਾਦਾਰ ਆਇਆ ਹੈ। ਸਿੱਖ ਨੇ ਆ ਕਰਕੇ ਦਰਸ਼ਨਾ ਕੀਤਾ ਹੈ। ਸੱਚੀ ਸਰਕਾਰ ਆਪ ਜੀ ਦੇ ਗ੍ਰਹਿ ਵਿਖੇ ਪੰਜਵੇਂ ਪੁੱਤਰ ਨੇ ਜਨਮ ਲੈਣਾ ਕੀਤਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਅੰਦਰ 4 ਪੁੱਤਰਾਂ ਦੇ ਪਹਿਲਾਂ ਜਨਮ ਹੋ ਚੁੱਕੇ ਨੇ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਔਰ ਇੱਕ ਪੁੱਤਰੀ ਦਾ ਜਨਮ ਹੋਇਆ ਜਿਹਨੂੰ ਅਸੀਂ ਬੀਬੀ ਵੀਰੋ ਜੀ ਕਹਿੰਦੇ। ਔਰ ਸਤਿਗੁਰੂ ਗਰੀਬ ਨਵਾਜ਼ ਜੀ ਨੂੰ ਦਰਬਾਰ ਸਾਹਿਬ ਦੇ ਅੰਦਰ ਇੱਕ ਨਸੋਹ ਮਿਲੀ ਆ। ਸਿੱਖ ਨੇ ਆ ਕਰਕੇ ਦਰਸ਼ਨਾ ਕੀਤਾ। ਮੇਰੀ ਸੱਚੀ ਸਰਕਾਰ ਜਿਉਂ ਦੇ ਤਿਉਂ ਇਕਾਗਰ ਚਿੱਤ ਹੋ ਕੇ ਬੈਠੇ ਨੇ। ਸੱਚੀ ਸਰਕਾਰ ਨੇ
ਆਸਾ ਦੀ ਵਾਰ ਰਾਗੀ ਸਿੰਘਾਂ ਨੇ, ਰੁਬਾਬੀਆਂ ਨੇ ਸੰਪੂਰਨ ਕੀਤੀ ਆ। ਆਸਾ ਦੀ ਵਾਰ ਦਾ ਭੋਗ ਪਿਆ। ਸੱਚੀ ਸਰਕਾਰ ਆਪਣੇ ਮਹਿਲਾਂ ਨੂੰ ਗਏ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਲ ਭਾਈ ਬਿਧੀ ਚੰਦ, ਭਾਈ ਜੇਠਾ ਜੀ ਔਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਆਦ ਸਿੱਖ ਗਏ ਨੇ। ਸੱਚੀ ਸਰਕਾਰ ਘਰੇ ਗਏ ਆ। ਸੰਗਤ ਨੂੰ ਪਤਾ ਲੱਗਾ ਘਰ ਦੇ ਅੰਦਰ ਚਹਿਲ ਮਹਿਲਾ। ਸੱਚੀ ਸਰਕਾਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਨੇ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਉਹ ਛੋਟੇ ਜਿਹੇ ਨਵ ਜਨਮੇ ਬਾਲਕੇ ਨੂੰ ਲਿਆਉਣਾ ਕੀਤਾ, ਜਿਹੜੇ ਪੰਜਵੇਂ ਪੁੱਤਰ ਦੀ ਆਮਦ ਹੋਈ ਆ। ਉਹਨੂੰ ਲਿਆ ਕੇ ਸੱਚੀ ਸਰਕਾਰ ਦੇ ਸਨਮੁਖ ਕੀਤਾ। ਮਹਾਰਾਜ ਜੀ ਨੇ ਉਸ ਨੂੰ ਜਨਮੇ ਹੋਏ ਨੂੰ, ਬੱਚੇ ਨੂੰ ਆਪਣੇ ਕਰ ਕਮਲਾਂ ਦੇ ਅੰਦਰ ਲਿਆਏ। ਕਰ ਕਮਲਾਂ ਅੰਦਰ ਲੈ ਕੇ ਆਪਣਾ ਸਿਰ ਝੁਕਾ ਦਿੱਤਾ। ਭਾਈ ਬਿਧੀ ਚੰਦ ਨੇ ਇਹ ਗੱਲ ਨੂੰ ਤੱਕ ਲਿਆ ਕਿ ਮਹਾਰਾਜ ਨੇ ਇੱਕ ਤਾਂ ਨਵ ਜਨਮੇ ਇਸ ਬੱਚੇ ਨੂੰ ਆਪਣੀ ਗੋਦ ਵਿੱਚ ਲੈਣਾ ਕੀਤਾ ਹੈ, ਤੇ ਦੂਜਾ ਸੱਚੀ ਸਰਕਾਰ ਨੇ ਇਹਨਾਂ ਨੂੰ ਸੀਸ ਝੁਕਾ ਦਿੱਤਾ ਹੈ। ਭਾਈ ਬਿਧੀ ਚੰਦ ਨੇ ਬਚਨ ਕਹਿ ਲੈ ਪੁੱਛ ਲਿਆ। ਵਿਦਵਾਨ ਉੱਥੇ ਕਹਿੰਦੇ, ਚੜਿਓ ਦਿਵਸ ਗੁਰ ਜੀ ਸੁਣਿਓ, ਜੇਠੇ ਬਿਧੀਏ ਸੰਗ ਆਏ ਮਹਿਲੀ ਗਾਵਈ, ਤ੍ਰਿਆ ਧਾਰ ਅਨੰਗ। ਉੱਥੇ ਘਰ ਵਿੱਚ ਆਏ ਨੇ ਤੇ ਆਉਂਦਿਆਂ ਨੂੰ ਮਾਈਆਂ ਬੀਬੀਆਂ ਬੜੀ ਖੁਸ਼ੀ ਦੇ ਨਾਲ ਘਰ ਦੇ ਅੰਦਰ ਬਚਨੋਂ ਬਿਲਾਸ ਕਰਦੀਆਂ ਪਈਆਂ ਨੇ। ਔਰ ਫਿਰ ਕੀ ਹੋਇਆ, ਤਬ ਗੁਰ ਸਿਸ ਕੋ ਬੰਦਨਾ ਕੀਨੀ। ਉਸ ਵੇਲੇ ਜਦੋਂ ਆਪਣੇ ਕਰ ਕਮਲਾਂ ਦੇ ਵਿੱਚ ਉਸ ਨਵ ਜਨਮੇ ਬੱਚੇ ਨੂੰ ਲਿਆ, ਉਸ ਵੇਲੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਸ ਨਵ ਜਨਮੇ ਬੱਚੇ ਨੂੰ ਜਿਹੜੀ ਇਹ ਨਮਸਕਾਰ ਕੀਤੀ ਆ। ਜਦੋਂ ਨਮਸਕਾਰ ਸੱਚੀ ਸਰਕਾਰ ਨੇ ਕਰ ਦਿੱਤੀ ਆ, ਉਸ ਵੇਲੇ ਭਾਈ ਬਿਧੀ ਚੰਦ ਨੇ ਦੇਖਿਆ, ਭਾਈ ਜੇਠਾ ਜੀ ਨੇ ਦੇਖਣਾ ਕੀਤਾ ਤੇ ਦੇਖ ਕਰਕੇ ਪੁੱਛਣਾ ਕੀਤਾ, ਤਬ ਗੁਰ ਸਿਸ ਕੋ ਬੰਦਨਾ ਕੀਨੀ, ਆਤ ਹਿਤ ਲਾਏ ਵਿਦਿਆ ਕਹਿ, ਕਹੋ ਕਸ ਬੰਧਨ ਕੀ, ਕਹੋ ਮੋਹਿ ਸਭ ਭਾਏ। ਸਤਿਗੁਰੂ ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਇਸ ਨਵ ਜਨਮੇ ਹੋਏ ਬੱਚੇ ਨੂੰ ਤੁਸਾਂ ਨੇ ਸੀਸ ਕਿਉਂ ਝੁਕਾਇਆ, ਨਮਸਕਾਰ ਕਿਉਂ ਕੀਤੀ ਆ। ਆਪ ਜੀ ਦਾ ਹਰ ਕੌਤਕ ਅਜਾਈਂ ਨਹੀਂ ਹੁੰਦਾ, ਉਹਦੇ ਪਿੱਛੇ ਕੋਈ ਨਾ ਕੋਈ ਵਿਚਾਰ ਹੁੰਦੀ ਆ। ਆਪ ਸਾਨੂੰ ਵੀ ਦੱਸੋ। ਵਿਦਿਆ ਕਹਿ ਕਹੋ ਕਛ ਬੰਧਨ ਕੀ, ਕਹੋ ਮੋਹਿ ਸਭ ਭਾਏ। ਔਰ ਫਿਰ ਸਤਿਗੁਰੂ ਕਹਿਣ ਲੱਗੇ, ਤਬ ਸਤਿਗੁਰ ਕਹੈ ਇਹ ਗੁਰ ਭਏ ਹੈ, ਪਾਂਚ ਸੁਤਨ ਮੋਹ ਜਾਨ। ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਜੇ ਤੁਸਾਂ ਨੇ ਪੁੱਛ ਲਿਆ ਨਾ ਕਿ ਇਸ ਛੋਟੇ ਤਨ ਨੂੰ, ਇਹ ਮੇਰੇ ਪੰਜਵੇਂ ਪੁੱਤਰ ਨੂੰ ਮੈਂ ਨਮਸਕਾਰ ਕਿਉਂ ਕੀਤੀ ਆ। ਕਹਿਣ ਲੱਗੇ, ਪੰਜ ਪੁੱਤਰਾਂ ਦੇ ਵਿੱਚੋਂ ਔਰ ਇਸ ਸਰੀਰ ਦੇ ਅੰਦਰ ਗੁਰੂ ਜੋਤ ਨੇ ਵਰਤਣਾ ਹੈ, ਇਹਦੇ ਅੰਦਰ ਗੁਰੂ ਜੋਤ ਆਉਣੀ ਆ, ਇਸ ਸਰੀਰ ਨੇ ਗੁਰੂ ਕਹਿਲਾਉਣਾ ਹੈ। ਔਰ ਮਹਾਰਾਜ ਤਬ ਸਤਿਗੁਰ ਕਹਿ ਇਹ ਗੁਰ ਭਏ ਹੈ, ਪਾਂਚ ਸੁਤਨ ਮੋਹ ਜਾਨ। ਕਹਿ ਲੱਗੇ, ਦੀਨ ਰਸ਼ ਸੰਕਟ ਹਰੈ, ਸਦਾ ਯਹੀ ਪਹਿਚਾਨ। ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਇਹ ਮੇਰਾ ਪੰਜਵਾਂ ਪੁੱਤਰ ਜਿਹੜਾ ਹੈ ਨਾ, ਇਹ ਦੀਨ ਰਸ਼ ਗਰੀਬਾਂ ਦੀ ਬਾਂਹ ਪਕੜੇਗਾ, ਜਿਨ੍ਹਾਂ ਤੇ ਜ਼ੁਲਮ ਹੋਵੇਗਾ ਉਹ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਉਹਨਾਂ ਦਾ ਮਦਦਗਾਰ ਹੋਵੇਗਾ। ਉਹਨਾਂ ਤੇ ਆਏ ਹੋਏ ਸੰਕਟ ਦੁੱਖ ਦੀਆਂ ਘੜੀਆਂ ਨੂੰ ਇਹ ਮੇਰਾ ਪੰਜਵਾਂ ਪੁੱਤਰ ਨਿਵਰਤ ਕਰੇਗਾ, ਸਦਾ ਇਹਦੀ ਇਹੀ ਪਹਿਚਾਨ ਰਹਿਣੀ। ਔਰ ਪਿਆਰਿਓ, ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀ ਨੇ ਆਪਣੀ ਕਰ ਕਮਲਾਂ ਦੇ ਵਿੱਚ ਲਿਆ
ਤੇ ਬੜੇ ਪ੍ਰੇਮ ਦੇ ਨਾਲ ਸੱਚੀ ਸਰਕਾਰ ਤੱਕਦੇ ਨੇ ਤੇ ਤੱਕਦਿਆਂ ਇਸ ਬੱਚੇ ਦਾ ਨਾਮ ਰੱਖਿਆ। ਕੁਝ ਵਿਦਵਾਨ ਤੇ ਕੁਝ ਵਿਚਾਰਕ ਕਹਿੰਦੇ ਆ ਜੀ ਪਹਿਲਾਂ ਨਾਮ ਹੋਰ ਸੀ, ਮਹਾਰਾਜ ਨੇ ਰੱਖਿਆ ਤੇ ਦੇਖੋ ਜੀ ਕਰਤਾਰਪੁਰ ਦੀ ਜੰਗ ਦੇ ਵਿੱਚ ਜਾ ਕੇ ਨਾਮ ਤੇਗ ਬਹਾਦਰ ਹੋਇਆ। ਐਸਾ ਨਹੀਂ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਇਹ ਨਵ ਜਨਮੇ ਬੱਚੇ ਨੂੰ ਤੱਕ ਕੇ ਹੀ ਨਾਮ ਰੱਖ ਦਿੱਤਾ ਸੀ। ਕਹਿਣ ਲੱਗੇ ਸ੍ਰੀ ਸਤਿਗੁਰ ਤਬ ਹਿਰਦੇ ਵਿਚਾਰਾ। ਜਦੋਂ ਹੱਥਾਂ ਵਿੱਚ ਲਿਆ ਹੋਇਆ ਨਾ ਬੱਚਾ ਭਾਈ ਬਿਧੀ ਚੰਦ ਜੀ ਦੇ ਨਾਲ, ਬਾਬਾ ਬੁੱਢਾ ਜੀ ਦੇ ਨਾਲ ਬਚਨ ਬਿਲਾਸ ਕਰਦਿਆਂ ਹੋਇਆਂ ਉਸ ਵੇਲੇ ਸ੍ਰੀ ਸਤਿਗੁਰ ਤਬ ਹਿਰਦੇ ਵਿਚਾਰਾ ਇਸਕੇ ਉਪਜੈ ਬਲੀ ਉਦਾਰਾ। ਕਹਿਣ ਲੱਗੇ ਇਹ ਵੀ ਕਹਿ ਮਨ ਅੰਦਰ ਵਿਚਾਰ ਲਿਆ, ਇਸ ਦੇ ਘਰ ਅੰਦਰ ਜਿੰਨੇ ਅੱਗੇ ਉਪਜਣਾ ਪੈਦਾ ਹੋਣਾ ਉਹ ਬੜਾ ਬਲੀ ਬਹਾਦਰ ਤੇ ਸਖੀ ਦਾਤਾ ਹੋਣਾ ਹੈ। ਇਸਕੇ ਉਪਜੈ ਬਲੀ ਉਦਾਰਾ, ਰਣ ਬਹਾਦਰੀ ਕਰੇ ਵਡੇਰੀ। ਇਹ ਵੀ ਰਣ ਦੇ ਵਿੱਚ ਤੱਤੇ ਦੇ ਅੰਦਰ ਬਹੁਤ ਬਹਾਦਰੀ ਕਰੇਗਾ ਤੇ ਇਹਦੇ ਘਰ ਅੰਦਰ ਜਿਹੜਾ ਪੁੱਤਰ ਉਪਜਣਾ ਹੈ ਉਹਨੇ ਵੀ ਬਹਾਦਰੀ ਕਰਨੀ ਆ। ਕਹਿਣ ਲੱਗੇ ਰਣ ਬਹਾਦਰੀ ਕਰੇ ਵਡੇਰੀ, ਇਹ ਨਿਰਭੈ ਜਰ ਤੁਰਕ ਅਖੇਰੀ। ਭੈ ਤੋਂ ਰਹਿਤ ਹੋ ਕੇ ਇਹਨੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ, ਕਿਉਂਕਿ ਉਹਨਾਂ ਨੇ ਤਸ਼ੱਦਦ ਕਰਨਾ, ਇਹਨੇ ਸਹਾਰਨਾ, ਆਪਣਾ ਖੂਨ ਜਿਹੜਾ ਆਪਣੀ ਕੁਰਬਾਨੀ ਦੇ ਕੇ ਖੂਨ ਡੋਲ ਕੇ ਉਹਨਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ। ਨਿਰਭੈ ਜਰ ਤੁਰਕ ਉਖੇਰੀ, ਸਭ ਬਹਾਦਰੀ ਤੇਗ ਕਰੇ ਹੈ। ਕਹਿੰਦੇ ਸਾਰੇ ਤਰ੍ਹਾਂ ਇਹ ਮੇਰਾ ਪੰਜਵਾਂ ਪੁੱਤਰ ਤੇਗ ਦੀ ਤਲਵਾਰ ਦੀ ਬਹਾਦਰੀ ਕਰੇਗਾ ਔਰ ਸਾਰੀ ਬਹਾਦਰੀ ਇਹ ਕਰੇਗਾ। ਕਹਿਣ ਲੱਗੇ ਸ਼ਤਰ ਬਰਿੰਦ ਕੋ ਔਰ ਜੰਗ ਖਪੈ ਹੈ। ਜਦੋਂ ਸ਼ਤਰੂ ਚੜ੍ਹ ਕੇ ਆਵਣਗੇ ਜੰਗ ਦੇ ਵਿੱਚ ਉਹਨਾਂ ਨੂੰ ਖਪਾ ਦੇਵੇਗਾ, ਖਤਮ ਕਰ ਦੇਵੇਗਾ। ਕਹਿ ਲੱਗੇ ਇਸੇ ਕਰਕੇ ਨਾ ਸੱਚੀ ਸਰਕਾਰ ਨੇ ਕਿਹਾ ਜਾਂ ਤੇ ਤੇਗ ਬਹਾਦਰ ਨਾਮ। ਸਾਰੇ ਗੁਣਾਂ ਨੂੰ ਤੱਕ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਸ ਵਾਸਤੇ ਕਿਹਾ ਇਹਨੇ ਤੇਗ ਚਲਾਣੀ, ਤੇਗ ਵਾਹੁਣੀ ਆ। ਤੇ ਜਿੱਦਣ ਸਾਹਮਣੇ ਤੇਗ ਆਈ ਨਾ ਇਹਨੂੰ ਸ਼ਹੀਦ ਕਰਨ ਵਾਸਤੇ, ਉਦਣ ਤੇਗ ਨੂੰ ਦੇਖ ਕੇ ਇਹਨੇ ਘਬਰਾਉਣਾ ਨਹੀਂ, ਇਹਨੇ ਪੈਰ ਪਿੱਛੇ ਨੂੰ ਖਸਕਾਉਣਾ ਨਹੀਂ। ਇਹ ਤੇਗ ਵਾਹੁਣ ਵਿੱਚ ਵੀ ਬਹਾਦਰ ਮੇਰਾ ਪੁੱਤਰ ਹੋਵੇਗਾ। ਤੇ ਜਦੋਂ ਕੋਈ ਤੇਗ ਦੇ ਨਾਲ ਇਹਦੇ ਧੜ ਨਾਲੋਂ ਸੀਸ ਜੁਦਾ ਕਰਨ ਲੱਗੇਗਾ ਉਦੋਂ ਵੀ ਇਹ ਮੇਰਾ ਪੁੱਤਰ ਆਪਣਾ ਸੀਸ ਅੱਗੇ ਕਰ ਦੇਵੇਗਾ। ਉਸ ਤੇਗ ਨੂੰ ਦੇਖ ਕੇ ਘਬਰਾਏਗਾ ਨਹੀਂ। ਤੇਗ ਵਾਹੁਣ ਵਿੱਚ ਚਲਾਉਣ ਵਿੱਚ ਵੀ ਬਹਾਦਰ ਤੇ ਤੇਗ ਖਾਣ ਵਿੱਚ ਵੀ ਇਹ ਤੇਗ ਦਾ ਵਹਾਰ ਸਹਾਰਨ ਵਾਸਤੇ ਵੀ ਬਹਾਦਰ ਹੋਵੇਗਾ। ਕਹਿ ਲੱਗੇ ਇਸੇ ਕਰਕੇ ਜਾਂ ਤੇ ਤੇਗ ਬਹਾਦਰ ਨਾਮ ਧਰਿਓ ਔਰ ਵਿਚਾਰ ਗੁਰੂ ਅਬਰਾਮ। ਸਤਿਗੁਰਾਂ ਨੇ ਸੁੰਦਰ ਨਾਮ ਵਿਚਾਰ ਕਰਕੇ ਆਪਣੇ ਸੁਭਾਈ ਮਨ ਮੁਖਰ ਬਿੰਤੂ ਰੱਖਿਆ। ਬਾਬਾ ਬੁੱਢਾ ਸਾਹਿਬ ਨੇ ਅਸੀਸਾਂ ਦਿੱਤੀਆਂ ਨੇ, ਅਰਦਾਸ ਕੀਤੀ, ਹੇ ਮਹਾਬਲੀ ਜੋਧੇ, हे ऐसे गुरु के लाल, हे जप तप दी मूरत, हे वीर बहादर। उस परमात्मा ने मैनू शायद इन्नी लंबेरी आजू ताई बख्शिश की है कि तेरे वर्गे महापुरुष दे मैं दीदार कर सकां। और अरदासां होईयां ने नाम रख दिता गया, नामकरण हो गया। ते प्यारिओ सच्ची सरकार ने बड़े प्रेम नाल इस पुत्र नूं पालिया। ते एक दिन की होया, घर दे अंदर माता नानकी जी जेड़े ने अपने पति देव नूं सतगुरु हरगोबिंद पातशाह जी उन्हां नूं भोजन पानी छकांदे ते की तकिया जदों गुरु तेग बहादुर साहब आंदे आ ना, छोटी जी आजू विच महाराज इन्हां नूं बड़ा प्यार करदे ने।
दो पुत्रां दा विशेष जिहड़ा सन्मान करदे। एक तां सब तो छोटा पुत्र है गुरु तेग बहादुर साहब ने, उदों नाम केवल तेग बहादुर सी, और उन्हां दा बड़ा सत्कार प्यार करदे। एक वड्डे पुत्र बाबा गुरदित्ता जी इतिहासकार विद्वान महापुरुष कहते आ, गुरु हरगोबिंद पातशाह महाराज कदे भी बाबे गुरदित्ते नूं पुत्र गुरदित्ता नहीं कह के आवाज़ मारदे। जदों आवाज़ मारदे बाबा गुरदित्ता, उहदा सत्कार। जदों एक गल नूं पुछया गया ते सच्ची सरकार ने कहा, कह लगे इहदे घर अंदर जिथे 7ਵੀਂ जगह ते जोत गुरु नानक साहब जी ने वरतना है ना, वो शरीर ने आना है, उन्हें गुरु कहलाना है। कह लगे उहदे बाप दा अदब ते सत्कार है। इस शरीर सब तो छोटे पुत्र दे शरीर अंदर और 9ਵੀਂ जगह ते अगे गुरु नानक साहब दी जोत ने वरतना है, इहदा भी अदब ते सन्मान है, दोनों का सन्मान है। मात नानकी अपने पति देव दे कोल धन गुरु हरगोबिंद पातशाह महाराज दे कोल बैठे ने, ते विद्वान सज्जन लिखदे आ, एक बासर सतगुर घर माही। एक दिन की वारता कि सतगुरु गरीब नवाज महाराज दातार प्रभु जी घर दे अंदर ने, बैठी हुती नानकी पाही। और गुरु तेग बहादुर महाराज जी दे माता गुरु हरगोबिंद पातशाह महाराज जी की धर्म सुपत्नी और पास बैठी, कोल बैठी हुई भोजन अपने पति सतगुरु जी नूं छकांदी सेवा विच बैठी आ। कहंदे तेग बहादुर तब चल आए। इन्ने नूं बाहरों खेड़दे खेड़दे और सतगुरु तेग बहादुर महाराज चल आए ने। की कीता है? सामने देखिया पिता जी बैठे ने। कहंदे पिता गुर दर्श करन ललचाए। पिता दा दर्शन करन वास्ते हिरदा ललचाया, अंदर चाओ होया कि पिता सतगुरु दा दीदार करना वा। जदों पिता दा दीदार कीती ओने कह लगे आके नमस्कार कीती गुरु हरगोबिंद पातशाह जी नूं। कहंदे सादर निकट बिठावन कीन। फिर सतगुरु हरगोबिंद पातशाह महाराज जी ने ना अपने इस 5वें पुत्र नूं नमस्कार कीती। जदों आके बड़े आदर दे नाल अदब दे नाल अपने कोल बिठाया। बंधन करत गही भुज पीन। ते जदों गुरु तेग बहादुर महाराज ने जाके पिता सतगुरु हरगोबिंद पातशाह जी नूं नमस्कार कीती ते गुरु हरगोबिंद पातशाह महाराज ने अपने 5वें पुत्र तेग बहादुर जी की बांह पकड़ लई। जदों बांह पकड़ के ते आदर दे नाल कोल बिठाया, कहंदे बैठे तरे बलोचन करे। पिता ने कोल बिठाया आदर नाल ते बड़े प्रेम दे नाल गुरु तेग बहादुर महाराज कोल बैठे ने ते अखां नीवियां कीतियां ने। एक बार संगत ने सवाल भी कर दिता सी, महाराज तुहाडा 5वां पुत्र सब तो छोटा जिहड़ा है वो संगत विच आउंदा है, तुहाडे दीदार करन जदों भी आउंदा है महाराज वो तुहाडे सामने नेत्र उच्चे नहीं करदा, नेत्र नीवें रखदा है। ते महाराज सच्चे पातशाह ने और कहंदे कि गुरु तेग बहादुर साहब जी नूं पुछ लेना कीता, बेटा जी लाल जी संगत पुछना कर दी है। ते हाथ जोड़ के अखां दियां पलकां नीवियां सन और पिता गुरु ते संगत नूं कहना कीता। कहन लगे महाराज और साडे अंदर दियां खामियां, साडे अंदर दे गुनाह, साडे जीवन दियां गलतियां महाराज तुसी सद सुनदे हो, सद वेखदे हो। और जिन्हें ये साडियां विचारां गुप्तगू नूं सुनिया होवे, अखां नाल वेखिया होवे, महाराज सच्ची सरकार ਉਹਦੇ ਅੱਗੇ ਨੇਤਰ ਉੱਚੇ ਨਹੀਂ ਹੁੰਦੇ। ਆਪ ਨੂੰ ਵੀ ਪਤਾ ਹੁੰਦਾ ਹੈ, ਉਹਨੂੰ ਵੇਖਣ ਵਾਲੇ ਨੂੰ ਵੀ ਉਹਦੇ ਅੱਗੇ ਅੱਖਾਂ ਲੱਜਾ ਤੁਰ ਹੋ ਕੇ ਝੁਕ ਜਾਂਦੀਆਂ ਨੇ। ਔਰ ਮਹਾਰਾਜ
ਔਰ ਤੁਸੀਂ ਸਭ ਕੁਝ ਜਾਣਦੇ ਹੋ। ਮਹਾਰਾਜ ਦੇ ਕੋਲ ਬੈਠੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਨੇਤਰ ਨੀਵੇਂ ਕੀਤੇ। ਪਿਤਾ ਨਿਕਟ ਨੈ ਉੱਚ ਨਿਹਰੇ, ਪਿਤਾ ਦੇ ਕੋਲ ਬੈਠ ਕੇ ਕਦੇ ਵੀ ਉੱਚੇ ਨੇਤਰ ਨਹੀਂ ਕਰਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਬੜਾ ਪਿਆਰ ਦਿੱਤਾ ਹੈ। ਖੇਡਦਿਆਂ ਖੇਡਦਿਆਂ ਸਮਾਂ ਆਪਣੀ ਚਾਲੇ ਚੱਲਦਾ ਗਿਆ ਹੈ ਤੇ ਸਮਾਂ ਉਹ ਆ ਜਾਂਦਾ ਹੈ ਕਿ ਅਜੇ ਮਸਾਂ ਆਰਬਲਾ 4 ਕੁ ਸਾਲ ਦੇ ਕਰੀਬ ਹੋਈ ਆ। ਤੇ ਪਿਆਰਿਓ, ਔਰ ਬਾਬੇ ਗੁਰਦਿੱਤੇ ਦੀ ਬਰਾਤ ਚੜ੍ਹਨ ਲੱਗਦੀ ਆ। ਜਦੋਂ ਬਾਬੇ ਗੁਰਦਿੱਤੇ ਦੀ ਬਰਾਤ ਚੜ੍ਹਦੀ ਆ, ਸਾਰੀਆਂ ਮਾਤਾਵਾਂ ਨੇ, ਪਰਿਵਾਰ ਨੇ, ਸਿੱਖਾਂ ਨੇ ਬਿਲਕੁਲ ਤਿਆਰੀ ਕੀਤੀ ਹੋਈ ਆ। ਮਾਤ ਨਾਨਕੀ ਨੇ ਆਪਣੇ ਇਸ ਛੋਟੇ ਪੁੱਤਰ ਨੂੰ ਵੀ ਬੜਾ ਪ੍ਰੇਮ ਦੇ ਨਾਲ ਸ਼ਿੰਗਾਰਿਆ ਹੋਇਆ, ਬੜਾ ਇਹਨੂੰ ਸੁੰਦਰ ਪੁਸ਼ਾਕੇ ਪਹਿਨਾਏ, ਮਖਮਲੀ ਜੋੜਾ ਪਹਿਨਾਇਆ ਹੋਇਆ ਹੈ। ਉਹ ਜੋੜੇ ਨੂੰ ਪਹਿਨਿਆ ਤੇ ਜਦੋਂ ਬਰਾਤ ਰਵਾਨਾ ਹੋਈ ਨਾ, ਕੁਝ ਠੰਡ ਦਾ ਸਮਾਂ ਸੀ ਔਰ ਚੱਲਦੇ ਜਾ ਰਹੇ ਨੇ ਤੇ ਪਿਆਰਿਓ ਬਰਾਤ ਅੱਗੇ ਅੱਗੇ ਆ। ਬਰਾਤ ਨੂੰ ਦੇਖਣ ਵਾਸਤੇ ਆਲੇ ਉਦਾਲੇ ਦੇ ਬੱਚੇ ਜਿਹੜੇ ਆ ਉਹ ਇਕੱਠੇ ਹੋ ਜਾਇਆ ਕਰਦੇ ਨੇ। ਤੇ ਕੀ ਦੇਖਿਆ, ਆਪਣੇ ਹਾਣ ਦੇ ਬੱਚਿਆਂ ਵਾਲੇ ਤੱਕ ਦੇ ਤੁਰੇ ਜਾ ਰਹੇ ਨੇ। ਇੱਕ ਉਹਨਾਂ ਬੱਚਿਆਂ ਦੇ ਵਿੱਚ ਬੱਚਾ ਆ ਜਿਹਦੇ ਤਨ ਤੇ ਚੱਜ ਦੇ ਕੱਪੜੇ ਗਰਮ ਨਹੀਂ, ਤਨ ਤੋਂ ਅਰਧ ਤੋਂ ਜ਼ਿਆਦਾ ਨੰਗਾ ਹੈ, ਪੈਰਾਂ ਦੇ ਵਿੱਚ ਜੋੜਾ ਨਹੀਂ, ਤਨ ਤੇ ਕੋਈ ਕੱਪੜਾ ਨਹੀਂ। ਤੱਕਦਿਆਂ ਤੱਕਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਜਾ ਕੇ ਉਸ ਬੱਚੇ ਦੇ ਕੋਲ ਖਲੋ ਗਏ ਨੇ। ਉਹਨੂੰ ਕਹਿਣ ਲੱਗੇ, ਹੇ ਵੀਰਾ, ਔਰ ਤੇਰੀ ਮਾਤਾ ਨੇ ਤੈਨੂੰ ਕੋਈ ਗਰਮ ਕੱਪੜਾ ਨਹੀਂ ਸੁਲਾ ਕੇ ਦਿੱਤਾ? ਸਿਆਲ ਦੀ ਰੋਤਿਆ, ਦੇਖ ਤੇਰਾ ਦੰਦ ਤੇ ਦੰਦ ਵੱਜਦਾ ਹੈ, ਤੈਨੂੰ ਕੰਬਣੀ ਜਿਹੀ ਛਿੜਦੀ ਪਈ ਆ ਠੰਡ ਦੇ ਨਾਲ। ਤੇਰੀ ਮਾਤਾ ਨੇ ਤੇਰੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਪਵਾਇਆ, ਰੁੱਤ ਸਿਆਲ ਦੀ ਆ। ਤੇ ਜਦੋਂ ਇੰਨੇ ਬਚਨ ਪੁੱਛੇ ਨਾ, ਉਹ ਗਰੀਬ ਬੱਚੇ ਨੇ ਹੱਥ ਜੋੜ ਕੇ ਕਿਹਾ, ਹੇ ਗੁਰੂ ਕੇ ਲਾਲ, ਆ ਸਾਡੇ ਗਰੀਬਾਂ ਵਾਸਤੇ ਕਿਹੜਾ ਗਰਮ ਕੱਪੜਾ, ਕਿਹੜੇ ਗਰਮ ਜੋੜੇ ਨੇ? ਆ ਸਾਨੂੰ ਗਰੀਬਾਂ ਨੂੰ ਤਾਂ ਇੱਕ ਵਕਤ ਦੀ ਰੋਟੀ ਮਸਾਂ ਪੇਟ ਭਰਵੀਂ ਮਿਲਦੀ ਆ ਗੁਰੂ ਕੇ ਲਾਲ। ਔਰ ਕਿਹੜੀ ਮਾਂ ਆ ਜਿਹੜੀ ਚਾਹੇ ਕਿ ਮੇਰੇ ਪੁੱਤਰ ਦੀ ਖੁਰਾਕ ਚੰਗੀ ਨਾ ਹੋਵੇ, ਮੇਰੇ ਪੁੱਤਰ ਦੀ ਪੁਸ਼ਾਕ ਚੰਗੀ ਨਾ ਹੋਵੇ? ਮਨ ਤਾਂ ਬੜਾ ਕਰਦਾ ਹੈ, ਪਰ ਗੁਰੂ ਕੇ ਲਾਲ ਸਾਡੇ ਗਰੀਬਾਂ ਦੇ ਉੱਪਰ ਗਰੀਬੀ ਕੋ ਇੰਨੀ ਹੈ ਕਿ ਘਰ ਵਿੱਚ ਇੱਕ ਵਕਤ ਦੀ ਰੋਟੀ ਦਾ ਝੋਰਾ ਲੱਗਾ ਰਹਿੰਦਾ ਹੈ। ਕਿਹੜੇ ਕੱਪੜੇ? ਮਹਾਰਾਜ ਨੇ ਕਿਹਾ ਸੀ ਨਾ, ਇਹ ਦੀਨ ਰੱਛ, ਦੀਨ ਦਾ ਅਰਥ ਗਰੀਬ ਹੈ। ਗਰੀਬਾਂ ਦੀ ਰੱਖਿਆ ਕਰਨ ਵਾਲਾ ਮੇਰਾ ਪੁੱਤਰ ਆ ਗਿਆ ਹੈ। ਤੇ ਮੇਰੀ ਸੱਚੀ ਸਰਕਾਰ ਤੋਂ ਰਿਹਾ ਨਾ ਗਿਆ, ਉਹਦੇ ਤਨ ਨੂੰ ਨੰਗੇ ਨੂੰ ਤੱਕਿਆ। ਮੇਰੀ ਸੱਚੀ ਸਰਕਾਰ ਨੇ ਆਪਣਾ ਚੋਲਾ ਉਤਾਰਿਆ, ਉਸ ਬੱਚੇ ਹਾਣੀ ਦੇ ਗਲ ਪਵਾਤਾ, ਔਰ ਆਪਣੇ ਸੁੰਦਰ ਗਹਿਣੇ ਉਤਾਰੇ, ਉਹਨੂੰ ਪਵਾ ਤੇ ਆਪਣਾ ਮਖਮਲੀ ਜੋੜਾ ਉਤਾਰਿਆ ਔਰ ਉਹਨੂੰ ਪਵਾ ਦਿੱਤਾ, ਲੈ ਵੀਰਿਆ, ਔਰ ਤੂੰ ਪਾ, ਔਰ ਮੇਰੀ ਮਾਂ ਮੈਨੂੰ ਤਾਂ ਹੋਰ ਵੀ ਦੇ ਦੇਵੇਗੀ, ਤੈਨੂੰ ਕਿੰਨੇ ਦੇਣਾ ਹੈ? ਜਾ, ਆ ਜਿਹੜੇ ਗਹਿਣੇ ਗੱਟੇ 4 ਦਿਨ ਤੇਰੇ ਸੌਖੇ ਲੰਘ ਜਾਣਗੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਤ ਵਿਦਵਾਨ ਲਿਖਦੇ ਨੇ, ਜਦੋਂ ਵੀ ਕੋਈ ਗਰੀਬ ਆਣਾ, ਜੋ ਵੀ ਕੋਲ ਹੋਣਾ ਨਾ, ਔਰ ਉਹਨੂੰ ਦੇ ਦੇਣਾ। ਜੋ ਵੀ ਕੋਲ ਆ ਜਾਣਾ ਹੱਥ ਵਿੱਚ, ਉਹੀ ਉਹਨੂੰ ਦਾਨ ਦੇ ਦੇਣਾ। ਅੱਜ ਤਨ ਤੋਂ ਇੱਕ ਨਗੇਜ ਨੂੰ ਦੇਖਿਆ ਹੈ ਤੇ ਆਪਣੇ ਤਨ ਦੇ ਕੱਪੜੇ ਉਤਾਰ ਕੇ ਦੇ ਦਿੱਤੇ। ਜਦੋਂ ਮੁੜ ਕੇ ਵਾਪਸ ਗਏ ਨੇ, ਜਾ ਕਰਕੇ ਮਾਤਾ ਨਾਨਕੀ ਦੇ ਕੋਲ ਚਲੇ ਗਏ। ਮਾਤਾ ਜੀ ਪੁੱਛਦੇ ਨੇ, ਲਾਲ ਜੀ, ਤੁਹਾਨੂੰ ਹੁਣੇ ਤਿਆਰ ਕੀਤਾ ਸੀ, ਪੁਸ਼ਾਕ ਕਿੱਥੇ ਆ, ਜੋੜਾ ਕਿੱਥੇ ਆ? ਤੇ ਅੱਗੋਂ ਬੜੇ ਪ੍ਰੇਮ ਨਾਲ ਕਿਹਾ, ਮਾਤਾ ਜੀ, ਔਰ ਪਤਾ ਨਹੀਂ ਪਰਮਾਤਮਾ ਨੇ ਮੈਨੂੰ ਮਨ ਕਿਹੋ ਜਿਹਾ ਦਿੱਤਾ ਆ, ਮੇਰੇ ਤੋਂ ਕਿਸੇ ਦਾ ਨਗੇਜ ਦੇਖ ਕੇ ਔਰ ਰਿਹਾ ਨਹੀਂ ਜਾਂਦਾ। ਇੱਕ ਗਰੀਬ ਨੂੰ ਦੇਖਿਆ ਮਾਂ,
ਉਹਦਾ ਦੰਦ ਤੇ ਦੰਦ ਵੱਜਦਾ ਪਿਆ ਸੀ ਠੰਡ ਦੀ ਨਾਲ। ਪੈਰਾਂ ਵਿੱਚ ਜੋੜਾ ਨਹੀਂ, ਤਨ ਤੇ ਕੋਈ ਬਸਤਰ ਨਹੀਂ। ਮਾਂ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਆਪਣੇ ਤਨ ਦੇ ਬਸਤਰ ਤੇ ਜੋੜਾ ਉਤਾਰ ਕੇ ਉਹਦਾ ਤਨ ਢੱਕ ਕੇ ਆ ਗਿਆ ਏ। ਜਿੱਦਣ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੱਕਿਆ ਨਾ ਕਿ ਪਿਆਰਿਓ ਕੋਈ ਤਨ ਤੋਂ ਨੰਗੇ ਜੇ ਔਰ ਪੈਰਾਂ ਤੋਂ ਨੰਗਾ ਏ, ਉਹਦੇ ਪੈਰਾਂ ਵਿੱਚ ਜੋੜਾ, ਆਪਣੇ ਤਨ ਦੇ ਬਸਤਰ ਲਾ ਕੇ ਉਹਦੇ ਤਨ ਨੂੰ ਢੱਕ ਆਏ। ਤੇ ਜਿੱਦਣ ਹਿੰਦੁਸਤਾਨ ਦੀ ਆਬਰੂ ਨਗੇਜ ਹੋਣ ਲੱਗੀ ਨਾ, ਉਦਣ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੇ ਧਰਮ ਨੂੰ ਢੱਕ ਦਿੱਤਾ। ਉਦਣ ਤਨ ਦੀ ਚਾਦਰ ਬਣਾ ਦਿੱਤੀ ਕਿ ਤਨ ਦੇ ਨਾਲ ਆਪਣੀ ਕੁਰਬਾਨੀ ਦੇ ਕੇ, ਸ਼ਹਾਦਤ ਦੇ ਕੇ, ਔਰ ਹਿੰਦੂ ਧਰਮ ਦੀ ਜਾਂਦੀ ਪੱਤ ਨਗੇਜ ਹੁੰਦੀ ਜਾ ਰਹੀ ਸੀ ਜਿਹੜੀ, ਉਹਨੂੰ ਢੱਕ ਦਿੱਤਾ। ਸੱਚੀ ਸਰਕਾਰ ਨੂੰ ਬਸਤਰ ਪਹਿਨਾਏ। ਬਾਬੇ ਗੁਰਦਿੱਤੇ ਦਾ ਵਿਵਾਹ ਹੋ ਗਿਆ ਹੈ। ਪਿਆਰਿਓ ਸਮਾਂ ਚੱਲਦਾ ਔਰ ਬਾਬਾ ਤੇਗ ਬਹਾਦਰ ਜੀ ਮਸਤੀ ਦੇ ਆਲਾਂ ਵਿੱਚ ਜਿੱਥੇ ਚੌਂਕੜਾ ਮਾਰ ਕੇ ਬੈਠ ਜਾਂਦੇ, ਬੈਠੇ ਰਹਿੰਦੇ ਨੇ। ਇੱਥੋਂ ਤੱਕ ਵੀ ਕਹਿੰਦੇ ਇੱਕ ਵਾਰ ਭਗਤੀ ਭਾਵ ਦੇ ਅੰਦਰ ਬੈਠੇ ਹੋਏ ਨੇ ਕਿ ਪਿਆਰਿਓ ਹਾਣੀ ਜਿਹੜੇ ਆ ਨਾ ਖੇਡਦੇ ਹੋਏ ਇਹਨਾਂ ਦੇ ਕੱਪੜੇ ਵੀ ਤਨ ਤੋਂ ਉਤਾਰ ਕੇ ਲੈ ਗਏ ਸਨ ਔਰ ਖੇਲਦੇ ਹੋਏ ਆਏ। ਇੰਨੇ ਮਸਤੀ ਦੇ ਆਲਮ ਵਿੱਚ ਜੇ ਹਾਣੀ ਆਉਂਦੇ ਆ ਉਹਨਾਂ ਨੂੰ ਚੌਂਕੜੇ ਮਰਵਾ ਦਿੰਦੇ ਆ। ਬੈਠੋ ਮੈਂ ਤੁਹਾਨੂੰ ਰੱਬ ਦੀ ਗੱਲ ਸੁਣਾਵਾਂ। ਬੜੇ ਪਿਆਰੇ ਬਚਨ ਕਰਦੇ, ਉਹਨਾਂ ਨੂੰ ਬਿਠਾ ਕੇ ਨਾਮ ਜਪਾਉਂਦੇ ਨੇ। ਔਰ ਇੱਕ ਕੌਤਕ ਅੰਮ੍ਰਿਤਸਰ ਦੇ ਅੰਦਰ ਹੋਰ ਵਰਤਿਆ ਹੈ। ਚਲਦਿਆਂ ਚਲਦਿਆਂ ਸਮਾਂ ਆ ਜਾਂਦਾ, ਸਤਿਗੁਰੂ ਸੱਚੀ ਸਰਕਾਰ ਔਰ ਸੰਗਤਾਂ ਨੂੰ ਤਾਰਦੇ ਨੇ। ਪਿਆਰਿਓ ਇੱਕ ਦਿਨ ਦਾ ਸਮਾਂ ਆਇਆ, ਸਤਿਗੁਰਾਂ ਦੇ ਭਰਾਤਾ ਬਾਬਾ ਅਟਲ ਰਾਏ ਜੀ ਜਿਹੜੇ ਨੇ ਉਹ ਬਾਹਰ ਹਾਣੀਆਂ ਨਾਲ ਖੇਲਦੇ ਆ। ਇੱਕ ਦਿਨ ਰਾਤ ਆਪਣੇ ਹਾਣੀ ਔਰ ਮੋਹਣ ਦੇ ਸਿਰ ਦਾਵੀ ਛੱਡ ਕੇ ਵਾਪਸ ਆ ਗਏ ਨੇ। ਦਿਨ ਚੜ੍ਹਿਆ ਤੇ ਆਪਣੇ ਖੇਡਣ ਵਾਲੀ ਜਗ੍ਹਾ ਤੇ ਚਲੇ ਗਏ। ਕੋਈ ਸਮਾਂ ਉਡੀਕ ਕੀਤੀ ਆ, ਮੋਹਣ ਨਹੀਂ ਆਇਆ। ਬਾਬਾ ਅਟਲ ਰਾਏ ਉਹਦੇ ਘਰ ਅੰਦਰ ਉਹਨੂੰ ਬੁਲਾਉਣ ਵਾਸਤੇ ਚਲੇ ਗਏ ਨੇ। ਜਦੋਂ ਗਏ ਦੇਖਿਆ ਘਰ ਦੇ ਅੰਦਰ ਔਰ ਮੋਹਣ ਦੇ ਰੋਣ ਦੀ ਆਵਾਜ਼ ਆਉਂਦੀ ਪਈ ਆ। ਔਰ ਪਿਆਰਿਓ ਦਰਵਾਜ਼ੇ ਅੱਗੇ ਖਲੋ ਕੇ ਜਾ ਕੇ ਆਵਾਜ਼ ਮਾਰੀ ਆ, ਮੋਹਣ ਬਾਹਰ ਆ। ਜਦੋਂ ਮੋਹਣ ਨਹੀਂ ਆਇਆ, ਮੋਹਣ ਦੀ ਮਾਤਾ ਦੇ ਕੋਲ ਜਾ ਕੇ ਕਿਹਾ ਹੈ ਕਿ ਮਾਤਾ ਮੋਹਣ ਨੂੰ ਬਾਹਰ ਭੇਜ। ਉਹਨੂੰ ਕਹਿ ਅਟਲ ਰਾਏ ਆਇਆ ਏ ਆਪਣੀ ਦਾਵੀ ਲੈਣ ਵਾਸਤੇ। ਰਾਤ ਦਾਵੀ ਇਹਦੇ ਸਿਰ ਰਹਿ ਗਈ ਸੀ ਤੇ ਮੋਹਣ ਦੀ ਮਾਂ ਨੇ ਅੱਗੋਂ ਗਲਾ ਭਰਿਆ ਹੋਇਆ ਸੀ। ਕਹਿ ਲੱਗੀ ਗੁਰੂ ਕੇ ਲਾਲ ਮੋਹਣ ਨੂੰ ਰਾਤ ਸੱਪ ਡਸ ਗਿਆ, ਸੱਪ ਕੱਟ ਗਿਆ, ਮੋਹਣ ਦੀ ਮੌਤ ਹੋ ਗਈ ਆ। ਉਹ ਹੁਣ ਨਹੀਂ ਉੱਠ ਸਕਦਾ, ਉਹ ਬਾਹਰ ਦੀ ਨੀਂਦੇ ਸੌਂਦਾ ਸੀ। ਮੈਂ ਤੁਹਾਡੇ ਇੱਕ ਬੋਲ ਦੇ ਨਾਲ ਆਵਾਜ਼ ਮਾਰ ਕੇ ਮੋਹਣ ਨੂੰ ਤੁਹਾਡੇ ਨਾਲ ਤੋਰ ਦਿੰਦੀ ਸੀ। ਅੱਜ ਮੇਰੀ ਆਵਾਜ਼ ਦੇ ਨਾਲ ਮੋਹਣ ਉੱਠਣ ਵਾਲਾ ਨਹੀਂ, ਉੱਥੇ ਪਹੁੰਚ ਗਿਆ ਜਿੱਥੇ ਗੁਰੂ ਕੇ ਲਾਲ ਤੇਰੇ ਬਾਪੂ ਤੋਂ ਬਗੈਰ ਕਿਸੇ ਦੀ ਆਵਾਜ਼ ਨਹੀਂ ਪਹੁੰਚਦੀ। ਔਰ ਮੋਹਣ ਦੇ ਕੋਲ ਗਏ, ਜਾ ਕੇ ਬਾਬਾ ਅਟਲ ਰਾਏ ਕਹਿੰਦੇ ਨੇ, ਬਾਬਾ ਅਟਲ ਰਾਏ ਬੜੇ ਮਸਤ ਸੁਭਾਅ ਦੇ ਸਾਧੂ ਸਨ, ਬੰਦਗੀ ਸਨ। ਇਹ ਗੁਰੂ ਕੇ ਲਾਲ ਐਵੇਂ ਨਹੀਂ, ਮਾੜੀ ਮੋਟੀ ਗੱਲ ਨਹੀਂ ਸੀ ਇਹ ਕਿ ਆਪਣੇ ਜਿਵੇਂ ਆਪਣੇ ਬੱਚੇ ਐ ਨਹੀਂ ਸੀ। ਇਹ ਪਿਤਾ ਗੁਰੂ ਨੂੰ ਸਤਿਗੁਰੂ ਜਾਣਦੇ ਤੇ ਸਾਰੇ ਚੌਂਕੜੇ ਮਾਰ ਕੇ ਬੰਦਗੀ ਕਰਨ ਵਾਲੇ ਸਨ ਇਹ ਜਿੰਨੇ ਸਨ। ਔਰ ਬੰਦਗੀ ਕਰਨ ਵਾਲੀਆਂ ਰੂਹਾਂ ਸਨ। ਗਏ ਕਹਿਣ ਲੱਗੀ ਮਾਈ ਇਹ ਬਹਾਨਾ ਬਣਾ ਕੇ ਪਿਆ ਹੈ। ਤੇ ਮਾਤਾ ਨੇ ਕਿਹਾ, ਕਹਿ ਲੱਗੀ ਗੁਰੂ ਕੇ ਲਾਲ ਸੱਪ ਰਾਤ ਡਸਿਆ, ਇਹਦੀ ਮੌਤ ਹੋ ਗਈ ਆ, ਸਾਡੇ ਵੱਸ ਤੋਂ ਬਾਹਰ ਹੈ। ਤੇ ਬਾਬਾ ਅਟਲ ਰਾਏ ਜਿਹੜੇ ਸਨ ਇਹਨਾਂ ਦੇ ਹੱਥ ਵਿੱਚ ਇੱਕ ਖੁੰਡੀ ਹੁੰਦੀ ਸੀ ਔਰ ਉਹ ਖੁੰਡੀ ਮੋਹਣ ਦੇ ਮੁਖ ਤੋਂ ਲੀੜਾ ਪਾਸੇ ਕਰਕੇ ਗਲ ਨੂੰ ਪਾਈ। ਕਹਿੰਦੇ ਉੱਠ ਖੜਾ ਹੋ, ਬਹਾਨੇ ਨਾ ਬੁਨਾ, ਮੇਰੀ ਦਾਵੀ ਦੇ। ਕਹਿੰਦੇ ਬਸ ਇੰਨੇ ਬਚਨ ਕਹਿਣ ਦੀ ਦੇਰੀ ਸੀ, ਮੋਹਣ ਜਿਹੜਾ ਉੱਠ ਕੇ ਖੜਾ ਹੋ ਗਿਆ।
मोहन जिंदा हो गया और सारिਆਂ ਦੇ ਵਿੱਚ खुशी की लहर दौड़ गई आ और मोहन ਨੂੰ ਲੈ ਕੇ बाबा अटल राय और सारी दिहाड़ी खेडदी आ। इधरों गल चलदी हुई गुरु हरगोबिंद पातशाह महाराज दे कोल पहुँच गई है कि अज बाबा अटल राय ने और मोहन अपने साथी नूं जिंदा कर दिता है। शाम नूं खेड के जदों पिता सतगुरु दे कोल आए, पिता सतगुरु ने बुलाया, कह लगे लाल जी जो तुसी अज कर आए हो ये नहीं सी करना चाहिदा। रब दे कीते विच दखल नहीं देईदा, उहदे भाणे नूं मन्नीदा है। हुण एक म्यान विच दो तलवारां नहीं रहणगीਆਂ और जां तुसी जग ते रहोगे जां असीं। और संसार दे विच जदों किसी लोगां दी राजियां रजवाड़ियां दे पुत्तर धीआं जीव रिश्तेदार चढ़ाई कर देणगे, वो मंजे उठा के इत्थे लै आउणगे, आके बखेड़े खड़े करनगे, साडे जीवां नूं जिंदा करो। ऐसा नहीं। और असी सिखां नूं भाणा मनना सिखाना है। वो परमात्मा जीवन देंदा है, परमात्मा जन्म देंदा है, परमात्मा ही संसार तो लैके जांदा है, उहदे कीते विच दखल नहीं। जां तुसी हुण रहोगे जां असीं। हथ जोड़ के पिता सतगुरु गुरु हरगोबिंद पातशाह जी नूं बचन कीतो ने, कह लगे पिता सतगुरु जी आप जी कृपा करो, आप संगतां नूं तारो और गुनाह मेरे तो जाने अनजाने हुए है, ये मेरे तो गलती हुई आ। पिता जी आप रहो, मैनू बख्श दिओ, खिमा कर दिओ। नमस्कार करके बाबा अटल राय उठ के चले गए और जंगल दे विच गए। जाके एक कपड़ा विछाया, एक चादर नू अपने तन ते ताणिया ते अपने शरीर नू छड्ड दिता है। प्यारिओ और वो किन्ना को अभ्यासी, किन्नी को कृपा वाला होवेगा जेड़ा अपने आप तन त्याग दिंदा है, जिवें सप कुंज ला के अगे चला जांदा है। सच्ची सरकार नूं पता, परिवार ने तरकालां पईयां सन, अटल राय नहीं आया। महाराज कहंदे हुण आप नूं ही जाना पएगा। गए, जा करके देखिया अटल राय चिट्टी चादर ताणिया ते प्यारिओ प्राण पंखेरू तन दे विचों उड़ गए ने। सच्ची सरकार ने अंगीठा चनवाया और उहदे बाबा अटल राय दी उस वेले तकरीबन 9 कुछ सालां दी उम्र सी। जिथे बाबा अटल राय दा संस्कार कीता ना, उहदी खीरली अंतिम क्रिया उत्थे अज गुरुद्वारा और बाबा अटल राय दा 9 मंजिला बनिया होया है। बाबा अटल राय दी उस जगह ते जिथे उन्हां तन त्याग गया है। गुरु तेग बहादुर महाराज ने इस घटना नूं देख के होर गंभीरता विच चले जाना कीता है कि गुरु का हुक्म भाणे नूं मनना, भाणे दे विच रहना, गुरु दे बचनां नूं कमाउणा आ। हुण होर वधेरे वैराग दे अंदर चले गए ने। भराता दे जान तो बाद हुण जिथे बैठे रहिंदे आ, पता नहीं किन्ना किन्ना समा समाधि दे विच बैठे रहिंदे, बंदगी दे विच बैठे रहिंदे आ। अगे भी घट बोलदे, हुण उदों भी घट बोलना हो गया है। बंदगी वल नूं समा वध निकलण लग पिया है। प्यारिओ एक घटना अमृतसर दे अंदर जिहड़ी हुई आ, सच्ची सरकार दे मन दे उपर डूंगा असर पिया। एक दिन तन सारिਆਂ ने त्यागना है। हुण सच्ची सरकार अगे जिवें जिवें मेरी सच्ची सरकार दा इतिहास आउंदा है, आपां थोड़े थोड़े समय दे अंदर वो मेरी सच्ची सरकार दे इतिहास नूं वाचदे जाना है, पढ़दे सुनदे जाना है। जिवें जिवें समा अपनी चाले चलदा है और समय दे दायरे अंदर रह के सच्ची सरकार मेहर करन, कल नूं आपां इत्थों ही अगे इतिहास जिहड़ा है उन्होंने प्रकरणों कर्मवार मोटे मोटे रूप विच ज़्यादा बुरीकी च नहीं, आपां ने शहादत तक पहुँचना है। और शीस का संस्कार आनंदपुरी दे विच होना है और इत्थों तक इतिहास नूं लैके आउणा मोटे मोटे रूप दे अंदर। आप गुरु की संगत मेरी सच्ची सरकार का इतिहास जानते हैं।
और हिरदियां च वसावना, दास नूं आप संगत दी दर दा, गुरु गोबिंद सिंह महाराज दे दर दा कूकर जान के बेअंत भुल्लां दी खिमा करिया जी। इन्नियां को बेनतियां प्रवान करनियां। अरदास अंदर शामिल होइए जी। वाहिगुरु जी का खालसा, वाहिगुरु जी की फतेह।